पंजाब स्कूल एजुकेशन बोर्ड के ई कंटेंट ऑफ NSQF विच मैं वोकेशनल ट्रेनर ओंकार सिंह सरकारी सीनियर सैकेंडरी स्कूल बोताला बॉयज़ तो तुहाडा स्वागत करदा हाँ प्यारे बच्चों। अज दे इस वीडियो लैक्चर विच असीं ट्रेड सिक्योरिटी क्लास 10th का यूनिट 2 डिस्कस करांगे। आओ शुरू करते हाँ बच्चों। अज का साडा टॉपिक है यूनिट 2 डॉक्यूमेंटेशन। डॉक्यूमेंटेशन ਜਾਂ दस्तावेज are written or printed paper that bears the original official or legal form of something and can be used to furnish decisive evidence or information is known as document। एक लिखती ਜਾਂ ਛਪਿਆ ਹੋਇਆ ਕਾਗਜ਼ ਜਿਹੜਾ ਕਿ ਕਿਸੇ ਚੀਜ਼ ਦਾ ਅਸਲ ਅਧਿਕਾਰਿਤ ਜਾਂ ਕਾਨੂੰਨੀ ਰੂਪ ਧਾਰਦਾ ਹੈ ਅਤੇ ਨਿਰਣਾਇਕ ਸਬੂਤ ਜਾਂ ਜਾਣਕਾਰੀ ਪ੍ਰਦਾਨ ਕਰਨ ਲਈ ਵਰਤਿਆ ਜਾ ਸਕਦਾ ਹੈ, ਇਸ ਨੂੰ ਦਸਤਾਵੇਜ਼ ਕਿਹਾ ਜਾਂਦਾ ਹੈ। ਪਿਆਰੇ ਵਿਦਿਆਰਥੀਓ, ਡਾਕੂਮੈਂਟੇਸ਼ਨ ਦਾ ਹਰ ਖੇਤਰ ਵਿੱਚ ਬਹੁਤ ਹੀ ਵੱਡਾ ਮਹੱਤਵ ਹੈ। ਉਦਾਹਰਣ ਵਜੋਂ ਆਪਾਂ ਸਕੂਲ ਨੂੰ ਹੀ ਲੈ ਲੈਂਦੇ ਹਾਂ। ਸਕੂਲ ਵਿੱਚ ਜਿਵੇਂ ਇੱਕ ਕਲਾਸ ਟੀਚਰ ਆਪਣੇ ਵਿਦਿਆਰਥੀਆਂ ਦਾ ਰਿਕਾਰਡ ਰੱਖਣ ਲਈ ਵੱਖ-ਵੱਖ ਤਰ੍ਹਾਂ ਦੇ ਦਸਤਾਵੇਜ਼ ਤਿਆਰ ਕਰਦਾ ਹੈ, ਜਿਵੇਂ ਹਾਜ਼ਰੀ ਰਜਿਸਟਰ, ਦਾਖਲਾ ਰਜਿਸਟਰ, ਰਿਜ਼ਲਟ ਰਜਿਸਟਰ ਅਤੇ ਹੋਰ ਵੀ ਬਹੁਤ ਸਾਰੇ ਦਸਤਾਵੇਜ਼ ਜਿਨ੍ਹਾਂ ਦੀ ਮਦਦ ਨਾਲ ਉਹ ਜਦ ਚਾਹੇ ਸਕੂਲ ਦੇ ਬੱਚਿਆਂ ਬਾਰੇ ਕੋਈ ਵੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦਾ ਹੈ। ਜਨਰਲ ਗਾਈਡਲਾਈਨਸ ਵਿਚ ਹੈਲਪਸ ਇਨ ਪ੍ਰੋਪਰ ਡਾਕੂਮੈਂਟੇਸ਼ਨ, ਉਹ ਦਿਸ਼ਾ ਨਿਰਦੇਸ਼ ਜੋ ਸਹੀ ਦਸਤਾਵੇਜ਼ ਤਿਆਰ ਕਰਨ ਵਿੱਚ ਸਹਾਇਤਾ ਕਰਦੇ ਹਨ। ਇਸ ਲਈ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ ਕਿ ਦਸਤਾਵੇਜ਼ਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਤਿਆਰ ਕੀਤਾ ਜਾਵੇ ਤਾਂ ਕਿ ਜ਼ਰੂਰਤ ਪੈਣ 'ਤੇ ਅਸੀਂ ਜਦੋਂ ਵੀ ਚਾਹੀਏ ਇਹਨਾਂ ਦਸਤਾਵੇਜ਼ਾਂ ਦੀ ਮਦਦ ਨਾਲ ਜਾਣਕਾਰੀ ਪ੍ਰਾਪਤ ਕਰ ਸਕੀਏ। ਇਸੇ ਹੀ ਤਰ੍ਹਾਂ ਜੇ ਅਸੀਂ ਸਿਕਿਉਰਿਟੀ ਖੇਤਰ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਸਿਕਿਉਰਿਟੀ ਆਫ ਪੀਪਲ, ਦੂਸਰਾ ਹੈ ਸਿਕਿਉਰਿਟੀ ਆਫ ਪ੍ਰਾਪਰਟੀ ਅਤੇ ਤੀਸਰਾ ਹੈ ਸਿਕਿਉਰਿਟੀ ਆਫ ਇਨਫੋਰਮੇਸ਼ਨ। ਇੱਕ ਸੁਰੱਖਿਆ ਕਰਮੀ ਨੂੰ ਕਿਸੇ ਵੀ ਖੇਤਰ ਦੀ ਸੁਰੱਖਿਆ ਲਈ ਅੰਦਰ ਆਉਣ ਜਾਣ ਵਾਲੇ ਵਿਅਕਤੀ, ਅੰਦਰ ਆਉਣ ਜਾਣ ਵਾਲੀਆਂ ਗੱਡੀਆਂ ਅਤੇ ਅੰਦਰ ਆਉਣ ਵਾਲੇ ਸਮਾਨ ਨੂੰ ਲਿਖਤੀ ਰੂਪ ਵਿੱਚ ਕੁਝ ਦਸਤਾਵੇਜ਼ਾਂ ਵਿੱਚ ਦਰਜ ਕਰਨਾ ਹੁੰਦਾ ਹੈ ਤਾਂ ਜੋ ਉਸ ਸੁਰੱਖਿਆ ਕਰਮੀ ਦੀ ਗੈਰ ਹਾਜ਼ਰੀ ਵਿੱਚ ਵੀ ਜਦੋਂ ਚਾਹੀਏ ਸੂਚਨਾ ਪ੍ਰਾਪਤ ਕਰ ਸਕਦੇ ਹਾਂ। ਇਹ ਤਾਂ ਹੀ ਹੋ ਸਕਦਾ ਹੈ ਕਿ ਜਦ ਇੱਕ ਸੁਰੱਖਿਆ ਕਰਮਚਾਰੀ ਆਉਣ ਜਾਣ ਵਾਲੇ ਵਿਅਕਤੀ, ਗੱਡੀਆਂ ਜਾਂ ਸਮਾਨ ਨੂੰ ਸੁਚੱਜੇ ਢੰਗ ਨਾਲ ਦਰਜ ਕਰਦਾ ਹੈ। ਸਿਕਿਉਰਿਟੀ ਰਜਿਸਟਰ ਅਤੇ ਦਸਤਾਵੇਜ਼ਾਂ ਦੇ ਪ੍ਰਕਾਰ। ਬੇਟਾ, ਇਹ ਕੁਝ ਸਿਕਿਉਰਿਟੀ ਰਜਿਸਟਰ ਨੇ ਜਿਹੜੇ ਇੱਕ ਸੁਰੱਖਿਆ ਕਰਮਚਾਰੀ ਨੂੰ ਡਿਊਟੀ ਦੇ ਦੌਰਾਨ ਮੇਨਟੇਨ ਕਰਨੇ ਹੁੰਦੇ ਨੇ। ਹੈਂਡਿੰਗ ਓਵਰ ਟੇਕਿੰਗ ਓਵਰ ਰਜਿਸਟਰ, ਡਿਊਟੀ ਰਜਿਸਟਰ, ਅਟੈਂਡੈਂਸ ਰਜਿਸਟਰ, ਸਟਾਫ ਇਨ ਆਊਟ ਰਜਿਸਟਰ, ਵਿਜ਼ਿਟਰ ਰਜਿਸਟਰ, ਮਟੀਰੀਅਲ ਇਨ ਆਊਟ ਰਜਿਸਟਰ, ਵਾਹੀਕਲ ਇਨ ਆਊਟ ਰਜਿਸਟਰ, ਕੀ ਰਜਿਸਟਰ, ਇੰਸੀਡੈਂਟ ਰਿਪੋਰਟ ਰਜਿਸਟਰ, ਮੋਬਾਈਲ ਰਜਿਸਟਰ, ਰਿਟਰਨੇਬਲ ਐਕਸਚੇਂਜੇਬਲ ਆਈਟਮ ਰਜਿਸਟਰ। ਹੈਂਡਿੰਗ ਟੇਕਿੰਗ ਓਵਰ ਰਜਿਸਟਰ। ਬੇਟਾ, ਹੈਂਡਿੰਗ ਟੇਕਿੰਗ ਓਵਰ ਰਜਿਸਟਰ ਉਹ ਰਜਿਸਟਰ ਹੁੰਦਾ ਹੈ ਜਦੋਂ ਇੱਕ ਸੁਰੱਖਿਆ ਕਰਮਚਾਰੀ ਦੀ ਡਿਊਟੀ ਖਤਮ ਹੋ ਜਾਂਦੀ ਹੈ ਅਤੇ ਦੂਸਰਾ ਕਰਮਚਾਰੀ ਉਸ ਕਰਮਚਾਰੀ ਦੀ ਜਗ੍ਹਾ 'ਤੇ ਡਿਊਟੀ ਉੱਤੇ ਆਉਂਦਾ ਹੈ। ਪਹਿਲਾ ਸੁਰੱਖਿਆ ਕਰਮੀ ਨਵੇਂ ਸੁਰੱਖਿਆ ਕਰਮੀ ਨੂੰ ਆਪਣੀ ਡਿਊਟੀ ਸਮਝਾ ਦਿੰਦਾ ਹੈ ਅਤੇ ਜੋ ਵੀ ਉਸ ਦੇ ਕੋਲ ਸਮਾਨ ਹੁੰਦਾ ਹੈ ਉਹ ਸਾਰਾ ਇਸ ਰਜਿਸਟਰ ਵਿੱਚ ਲਿਖ ਕੇ ਉਸ ਨੂੰ ਹੈਂਡਓਵਰ ਕਰ ਦਿੰਦਾ ਹੈ ਅਤੇ ਉਸ ਦਾ ਨਾਮ ਲਿਖ ਕੇ ਉਸ ਦੇ ਸਾਈਨ ਕਰਵਾ ਲੈਂਦਾ ਹੈ। ਡਿਊਟੀ ਰਜਿਸਟਰ। ਡਿਊਟੀ ਰਜਿਸਟਰ ਬੇਟਾ ਉਹ ਰਜਿਸਟਰ ਹੁੰਦਾ ਹੈ ਜਿਸ ਵਿੱਚ ਜਦੋਂ ਵੀ ਕੋਈ ਸੁਰੱਖਿਆ ਕਰਮੀ ਡਿਊਟੀ ਉੱਤੇ ਆਉਂਦਾ ਹੈ ਤਾਂ ਉਹ ਆਪਣਾ ਨਾਮ ਇਸ ਰਜਿਸਟਰ ਵਿੱਚ ਲਿਖਦਾ ਹੈ ਅਤੇ ਆਪਣੀ ਡਿਊਟੀ ਦਾ ਟਾਈਮ ਇਸ ਰਜਿਸਟਰ ਵਿੱਚ ਲਿਖਦਾ ਹੈ ਤਾਂ ਕਿ ਪਤਾ ਚੱਲ ਸਕੇ ਕਿ ਕਿਸ ਸਮੇਂ ਕਿਹੜਾ ਵਿਅਕਤੀ ਡਿਊਟੀ ਉੱਤੇ ਮੌਜੂਦ ਸੀ। ਡਿਊਟੀ ਖਤਮ ਹੋਣ ਤੋਂ ਬਾਅਦ ਵੀ ਸੁਰੱਖਿਆ ਕਰਮੀ ਇਸ ਰਜਿਸਟਰ ਵਿੱਚ ਆਪਣੀ ਡਿਊਟੀ ਦਾ ਟਾਈਮ ਦਰਜ ਕਰਦਾ ਹੈ। ਸਟਾਫ ਅਟੈਂਡੈਂਸ ਰਜਿਸਟਰ। ਸਟਾਫ ਅਟੈਂਡੈਂਸ ਰਜਿਸਟਰ ਬੇਟਾ ਉਹ ਰਜਿਸਟਰ ਹੁੰਦਾ ਹੈ ਜਿਸ ਰਜਿਸਟਰ ਵਿੱਚ ਕਿਸੇ ਵੀ ਸੰਸਥਾ ਦੇ ਕਰਮਚਾਰੀਆਂ ਦੀ ਹਾਜ਼ਰੀ ਦਰਜ ਕੀਤੀ ਜਾਂਦੀ ਹੈ। ਵਿਜ਼ਿਟਰ ਰਜਿਸਟਰ। ਵਿਜ਼ਿਟਰ ਰਜਿਸਟਰ ਬੇਟਾ ਉਹ ਰਜਿਸਟਰ ਹੁੰਦਾ ਹੈ ਜਿਸ ਰਜਿਸਟਰ ਵਿੱਚ ਸਟਾਫ ਦੇ ਕਰਮਚਾਰੀਆਂ ਤੋਂ ਬਿਨਾਂ ਬਾਹਰੋਂ ਆਏ ਵਿਅਕਤੀਆਂ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਸਟਾਫ ਇਨ ਆਊਟ ਰਜਿਸਟਰ। ਸਟਾਫ ਇਨ ਆਊਟ ਰਜਿਸਟਰ ਬੇਟਾ ਉਹ ਰਜਿਸਟਰ ਹੁੰਦਾ ਹੈ ਜਿਸ ਵਿੱਚ ਕਿਸੇ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਆਉਣ ਅਤੇ ਜਾਣ ਦਾ ਸਮਾਂ ਦਰਜ ਕੀਤਾ ਜਾਂਦਾ ਹੈ। ਮਟੀਰੀਅਲ ਇਨ ਆਊਟ ਰਜਿਸਟਰ। ਮਟੀਰੀਅਲ ਇਨ ਆਊਟ ਰਜਿਸਟਰ ਬੇਟਾ ਉਹ ਰਜਿਸਟਰ ਹੁੰਦਾ ਹੈ ਜਿਸ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਆਉਣ ਜਾਣ ਵਾਲੇ ਸਮਾਨ ਦਾ ਵੇਰਵਾ ਦਰਜ ਕੀਤਾ ਜਾਂਦਾ ਹੈ। ਵਾਹੀਕਲ ਇਨ ਆਊਟ ਰਜਿਸਟਰ। ਬੇਟਾ ਵਾਹੀਕਲ ਇਨ ਆਊਟ ਰਜਿਸਟਰ ਉਹ ਰਜਿਸਟਰ ਹੁੰਦਾ ਹੈ
ਜਿਸ ਰਜਿਸਟਰ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਦਾਖਲ ਹੋਣ ਵਾਲੀਆਂ ਗੱਡੀਆਂ ਅਤੇ ਬਾਹਰ ਜਾਣ ਵਾਲੀਆਂ ਗੱਡੀਆਂ ਦਾ ਵੇਰਵਾ ਦਾਖਲ ਕੀਤਾ ਜਾਵੇ। ਕੀ ਰਜਿਸਟਰ ਆਮ ਤੌਰ 'ਤੇ ਕੁਝ ਸੰਸਥਾਵਾਂ ਦੀਆਂ ਚਾਬੀਆਂ ਇੱਕ ਹੀ ਜਗ੍ਹਾ ਰੱਖੀਆਂ ਜਾਂਦੀਆਂ ਹਨ ਅਤੇ ਉਸ ਦੀ ਐਂਟਰੀ ਇੱਕ ਰਜਿਸਟਰ ਵਿੱਚ ਕੀਤੀ ਜਾਂਦੀ ਹੈ ਕਿ ਕਦੋਂ ਉਹ ਚਾਬੀ ਕਢਵਾਈ ਗਈ ਹੈ ਅਤੇ ਕਦੋਂ ਉਹ ਜਮ੍ਹਾਂ ਕਰਵਾਈ ਗਈ ਹੈ। ਉਹ ਸੰਸਥਾ ਦੀਆਂ ਚਾਬੀਆਂ ਜਿਸ ਰਜਿਸਟਰ ਵਿੱਚ ਦਰਜ ਹੁੰਦੀਆਂ ਹਨ ਉਸ ਨੂੰ ਕੀ ਇਨ ਆਊਟ ਰਜਿਸਟਰ ਕਹਿੰਦੇ ਹਨ। ਮੋਬਾਈਲ ਰਜਿਸਟਰ ਬੇਟਾ ਕਈ ਸੰਸਥਾਵਾਂ ਵਿੱਚ ਗੇਟ ਉੱਪਰ ਹੀ ਮੋਬਾਈਲ ਜਮ੍ਹਾਂ ਹੋ ਜਾਂਦੇ ਹਨ ਅਤੇ ਉਸ ਮੋਬਾਈਲ ਦੀ ਐਂਟਰੀ ਇੱਕ ਰਜਿਸਟਰ ਵਿੱਚ ਕੀਤੀ ਜਾਂਦੀ ਹੈ ਕਿ ਉਹ ਮੋਬਾਈਲ ਕਿਸ ਦੇ ਨਾਮ 'ਤੇ ਹੈ, ਕਿਹੜੀ ਕੰਪਨੀ ਦਾ ਹੈ। ਇਸ ਰਜਿਸਟਰ ਨੂੰ ਮੋਬਾਈਲ ਰਜਿਸਟਰ ਕਹਿੰਦੇ ਹਨ। ਐਕਸਚੇਂਜ ਆਈਟਮ ਰਜਿਸਟਰ ਐਕਸਚੇਂਜ ਆਈਟਮ ਰਜਿਸਟਰ ਬੇਟਾ ਉਹ ਰਜਿਸਟਰ ਹੁੰਦਾ ਹੈ ਜਿਸ ਤਰ੍ਹਾਂ ਅਸੀਂ ਕੋਈ ਸਮਾਨ ਕਿਸੇ ਮਾਲ ਵਿੱਚੋਂ ਲੈ ਕੇ ਆਉਂਦੇ ਹਾਂ ਅਤੇ ਉਹ ਸਮਾਨ ਸਾਨੂੰ ਵਾਪਸ ਕਰਨਾ ਪੈਂਦਾ ਹੈ। ਜਦ ਅਸੀਂ ਉਹ ਸਮਾਨ ਵਾਪਸ ਕਰਨ ਜਾਂਦੇ ਹਾਂ ਤਾਂ ਗੇਟ 'ਤੇ ਸੁਰੱਖਿਆ ਕਰਮੀ ਉਸ ਸਮਾਨ ਦੀ ਐਂਟਰੀ ਇੱਕ ਰਜਿਸਟਰ ਵਿੱਚ ਕਰਦਾ ਹੈ ਅਤੇ ਸਾਨੂੰ ਇੱਕ ਪਰਚੀ ਦੇ ਦਿੰਦਾ ਹੈ। ਉਸ ਰਜਿਸਟਰ ਨੂੰ ਰਿਟਰਨ ਆਈਟਮ ਰਜਿਸਟਰ ਕਹਿੰਦੇ ਹਨ। ਟਾਈਪਸ ਆਫ ਗੇਟ ਪਾਸ ਗੇਟ ਪਾਸਾਂ ਦੇ ਪ੍ਰਕਾਰ ਵਿਜ਼ਿਟਰ ਐਂਟਰੀ ਗੇਟ ਪਾਸ, ਆਈਟਮ ਗੇਟ ਪਾਸ, ਗੈਸਟ ਗੇਟ ਪਾਸ, ਵਰਕਿੰਗ ਆਵਰ ਆਊਟ ਪਾਸ ਫਾਰ ਸਟਾਫ। ਵਿਜ਼ਿਟਰ ਗੇਟ ਪਾਸ ਸਟਾਫ ਤੋਂ ਇਲਾਵਾ ਕਿਸੇ ਦੂਸਰੇ ਵਿਜ਼ਿਟਰ ਦੇ ਕਿਸੇ ਸੰਸਥਾ ਵਿੱਚ ਆਉਣ ਲਈ ਇੱਕ ਪਾਸ ਬਣਾਇਆ ਜਾਂਦਾ ਹੈ ਜਿਸ ਨੂੰ ਵਿਜ਼ਿਟਰ ਗੇਟ ਪਾਸ ਕਹਿੰਦੇ ਹਨ। ਉਸ ਵਿਜ਼ਿਟਰ ਗੇਟ ਪਾਸ ਵਿੱਚ ਆਉਣ ਵਾਲੇ ਵਿਜ਼ਿਟਰ ਦਾ ਨਾਮ, ਉਸ ਦਾ ਟਾਈਮ ਅਤੇ ਉਸ ਨੇ ਕਿਸ ਨੂੰ ਮਿਲਣਾ ਹੈ, ਸਾਰਾ ਕੁਝ ਚੰਗੀ ਤਰ੍ਹਾਂ ਦਰਜ ਹੁੰਦਾ ਹੈ। ਇਸ ਵਿਜ਼ਿਟਰ ਗੇਟ ਪਾਸ ਨੂੰ ਦੇਖ ਕੇ ਹੀ ਇੱਕ ਸੁਰੱਖਿਆ ਕਰਮਚਾਰੀ ਕਿਸੇ ਵਿਜ਼ਿਟਰ ਨੂੰ ਅੰਦਰ ਆਉਣ ਦੀ ਇਜਾਜ਼ਤ ਦਿੰਦਾ ਹੈ। ਆਈਟਮ ਗੇਟ ਪਾਸ ਬੇਟਾ ਤੁਸੀਂ ਦੇਖਿਆ ਹੀ ਹੋਵੇਗਾ ਕਿ ਜਦੋਂ ਅਸੀਂ ਕਿਸੇ ਸੰਸਥਾ ਜਾਂ ਮਾਲ ਵਿੱਚੋਂ ਸਮਾਨ ਲੈ ਕੇ ਆਉਂਦੇ ਹਾਂ ਤਾਂ ਸਾਨੂੰ ਇੱਕ ਲੰਬੀ ਸਾਰੀ ਸਮਾਨ ਦੀ ਲਿਸਟ ਜਾਂ ਬਿੱਲ ਮਿਲਦਾ ਹੈ। ਉਹ ਬਿੱਲ ਅਸੀਂ ਜਾ ਕੇ ਸੁਰੱਖਿਆ ਕਰਮਚਾਰੀ ਨੂੰ ਦਿਖਾਉਂਦੇ ਹਾਂ। ਉਹ ਸੁਰੱਖਿਆ ਕਰਮਚਾਰੀ ਉਸ ਬਿੱਲ ਨਾਲ ਸਾਰੀਆਂ ਚੀਜ਼ਾਂ ਨੂੰ ਚੈੱਕ ਕਰਦਾ ਹੈ ਅਤੇ ਦੇਖਦਾ ਹੈ ਕਿ ਜੋ ਸਮਾਨ ਬਿੱਲ ਵਿੱਚ ਲਿਖਿਆ ਹੋਇਆ ਹੈ ਸਾਡੇ ਕੋਲ ਉਹੀ ਸਮਾਨ ਹੈ ਅਤੇ ਫਿਰ ਸਾਨੂੰ ਉਹ ਸਮਾਨ ਬਾਹਰ ਲੈਣ ਜਾਣ ਦੀ ਇਜਾਜ਼ਤ ਦਿੰਦਾ ਹੈ। ਇਸ ਨੂੰ ਆਈਟਮ ਗੇਟ ਪਾਸ ਕਿਹਾ ਜਾਂਦਾ ਹੈ। ਵਰਕਿੰਗ ਆਵਰ ਸਟਾਫ ਗੇਟ ਪਾਸ ਬੇਟਾ ਜਦੋਂ ਕਿਸੇ ਸੰਸਥਾ ਵਿੱਚ ਕੰਮ ਕਰ ਰਹੇ ਵਿਅਕਤੀ ਜਾਂ ਕਰਮਚਾਰੀ ਨੇ ਸਮੇਂ ਤੋਂ ਪਹਿਲਾਂ ਜਾਣਾ ਹੋਵੇ ਤਾਂ ਉਸ ਨੂੰ ਇੱਕ ਗੇਟ ਪਾਸ ਦੀ ਜ਼ਰੂਰਤ ਹੁੰਦੀ ਹੈ। ਉਸ ਗੇਟ ਪਾਸ ਉੱਤੇ ਉਸ ਵਿਅਕਤੀ ਦੇ ਜਾਣ ਦਾ ਟਾਈਮ ਅਤੇ ਉਸ ਦਾ ਕਾਰਨ ਲਿਖਿਆ ਹੁੰਦਾ ਹੈ। ਉਸ ਗੇਟ ਪਾਸ ਨੂੰ ਦੇਖ ਕੇ ਹੀ ਗੇਟ ਉੱਤੇ ਖੜ੍ਹਾ ਸੁਰੱਖਿਆ ਕਰਮਚਾਰੀ ਉਸ ਵਿਅਕਤੀ ਨੂੰ ਗੇਟ ਵਿੱਚੋਂ ਬਾਹਰ ਜਾਣ ਦੀ ਇਜਾਜ਼ਤ ਦਿੰਦਾ ਹੈ। ਇਸ ਪਾਸ ਨੂੰ ਵਰਕਿੰਗ ਆਵਰ ਗੇਟ ਪਾਸ ਕਹਿੰਦੇ ਹਨ। ਪਹਿਚਾਣ ਪੱਤਰਾਂ ਦੇ ਪ੍ਰਕਾਰ ਪਹਿਚਾਣ ਪੱਤਰ ਵਿੱਚ ਕਿਸੇ ਵੀ ਵਿਅਕਤੀ ਦੀ ਪਹਿਚਾਣ ਲਈ ਪੂਰੀ ਸੂਚਨਾ ਦਿੱਤੀ ਹੁੰਦੀ ਹੈ, ਜਿਵੇਂ ਉਸ ਵਿਅਕਤੀ ਦਾ ਨਾਮ, ਉਸ ਵਿਅਕਤੀ ਦਾ ਪਤਾ, ਉਸ ਵਿਅਕਤੀ ਦਾ ਮੋਬਾਈਲ ਨੰਬਰ, ਉਸ ਵਿਅਕਤੀ ਦੀ ਉਮਰ, ਉਸ ਵਿਅਕਤੀ ਦਾ ਅਹੁਦਾ ਅਤੇ ਉਸ ਵਿਅਕਤੀ ਦਾ ਕੀ ਕੰਮ ਹੈ। ਇਸ ਪਹਿਚਾਣ ਪੱਤਰ ਵਿੱਚ ਉਸ ਵਿਅਕਤੀ ਦੀ ਹਰ ਇੱਕ ਡਿਟੇਲ ਨੂੰ ਚੰਗੀ ਤਰ੍ਹਾਂ ਲਿਖਿਆ ਹੁੰਦਾ ਹੈ। ਟਾਈਪਸ ਆਫ ਆਈਡੀ ਕਾਰਡ ਇੰਪਲੋਈ ਆਈਡੀ ਕਾਰਡ, ਟੈਂਪਰੇਰੀ ਇੰਪਲੋਈ ਆਈਡੀ ਕਾਰਡ, ਕੰਟਰੈਕਚੁਅਲ ਲੇਬਰ ਆਈਡੀ ਕਾਰਡ, ਕੰਟਰੈਕਟਰ ਆਈਡੀ ਕਾਰਡ। ਬੇਟਾ ਕਿਸੇ ਵੀ ਖੇਤਰ ਦੀ ਸੁਰੱਖਿਆ ਲਈ ਇਹ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਸੁਰੱਖਿਆ ਕਰਮੀ ਅੰਦਰ ਦਾਖਲ ਹੋਣ ਵਾਲੇ ਵਿਅਕਤੀ ਦਾ ਆਈਡੀ ਕਾਰਡ ਜ਼ਰੂਰ ਚੈੱਕ ਕਰੇ, ਭਾਵੇਂ ਉਹ ਵਿਅਕਤੀ ਉਸ ਸੰਸਥਾ ਦਾ ਹੀ ਇੰਪਲਾਈ ਹੋਵੇ ਜਾਂ ਫਿਰ ਕੋਈ ਹੋਰ ਕੰਟਰੈਕਚੁਅਲ ਲੇਬਰ ਜਾਂ ਫਿਰ ਕੰਟਰੈਕਟਰ ਹੋਵੇ। ਇਹ ਬਹੁਤ ਹੀ ਜ਼ਰੂਰੀ ਹੁੰਦਾ ਹੈ ਕਿ ਹਰ ਇੱਕ ਦਾ ਆਈਡੀ ਕਾਰਡ ਬੜੇ ਧਿਆਨ ਨਾਲ ਚੈੱਕ ਕੀਤਾ ਜਾਵੇ ਅਤੇ ਫਿਰ ਹੀ ਉਸ ਨੂੰ ਸੰਸਥਾ ਦੇ ਅੰਦਰ ਪ੍ਰਵੇਸ਼ ਕਰਨ ਦਿੱਤਾ ਜਾਵੇ। ਇੰਪਲਾਇਡੀ ਆਈਡੀ ਕਾਰਡ ਉਹ ਪਹਿਚਾਣ ਪੱਤਰ ਹੁੰਦਾ ਹੈ ਜਿਸ ਵਿੱਚ ਸੰਸਥਾ ਦੇ ਕਰਮਚਾਰੀਆਂ ਦਾ ਪੂਰਾ ਵੇਰਵਾ ਦਿੱਤਾ ਹੁੰਦਾ ਹੈ। ਉਸ ਵਿੱਚ ਕਰਮਚਾਰੀ ਦਾ ਨਾਮ, ਕਰਮਚਾਰੀ ਦਾ ਅਹੁਦਾ, ਕਰਮਚਾਰੀ ਦੀ ਜਨਮ ਮਿਤੀ, ਕਰਮਚਾਰੀ ਦੀ ਫੋਟੋ ਅਤੇ ਕਰਮਚਾਰੀ ਦਾ ਮੋਬਾਈਲ ਨੰਬਰ ਵਗੈਰਾ ਸਭ ਕੁਝ ਲਿਖਿਆ ਹੁੰਦਾ ਹੈ। ਇੱਕ ਸੁਰੱਖਿਆ ਕਰਮੀ ਦੀ ਇਹ ਡਿਊਟੀ ਬਣਦੀ ਹੈ ਕਿ ਇਹਨਾਂ ਸਾਰੀਆਂ ਡਿਟੇਲਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਅਤੇ ਕਰਮਚਾਰੀ ਦੀ ਫੋਟੋ ਨੂੰ ਵੀ ਉਸ ਦੇ ਫੇਸ ਨਾਲ ਮੈਚ ਕਰਕੇ ਚੰਗੀ ਤਰ੍ਹਾਂ ਤਬਦੀਸ਼ ਕਰਕੇ ਹੀ ਅੰਦਰ ਜਾਣ ਦਿੱਤਾ ਜਾਵੇ। ਟੈਂਪਰੇਰੀ ਆਈਡੀ ਕਾਰਡ ਟੈਂਪਰੇਰੀ ਆਈਡੀ ਕਾਰਡ ਅਸਥਾਈ ਰੂਪ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਪਹਿਚਾਣ ਪੱਤਰ ਹੁੰਦਾ ਹੈ। ਇਸ ਵਿੱਚ ਅਸਥਾਈ ਰੂਪ ਵਿੱਚ ਕੰਮ ਕਰਨ ਵਾਲੇ ਵਿਅਕਤੀ ਦੀ ਸਾਰੀ ਹੀ ਡਿਟੇਲ ਲਿਖੀ ਹੁੰਦੀ ਹੈ ਅਤੇ ਉਹ ਕਦੋਂ ਤੋਂ ਲੈ ਕੇ ਕਦੋਂ ਤੱਕ ਕੰਮ ਕਰ ਸਕਦਾ ਹੈ ਇਸ ਦਾ ਵੀ ਵੇਰਵਾ ਚੰਗੀ ਤਰ੍ਹਾਂ ਦਿੱਤਾ ਹੁੰਦਾ ਹੈ। ਇੱਕ ਸੁਰੱਖਿਆ ਕਰਮੀ ਨੂੰ ਟੈਂਪਰੇਰੀ ਆਈਡੀ ਕਾਰਡ ਨੂੰ ਵੀ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਚਾਹੀਦਾ ਹੈ
ਕਿ ਉਸ ਦੀ ਡੇਟ ਅਜੇ ਬਾਕੀ ਹੈ, ਕੀ ਇਹ ਕਾਰਡ ਅੰਦਰ ਜਾਣ ਲਈ ਵੈਲਿਡ ਹੈ। ਇਹ ਸਾਰਾ ਕੁਝ ਤਫਤੀਸ਼ ਕਰਨ ਤੋਂ ਬਾਅਦ ਹੀ ਉਸ ਵਿਅਕਤੀ ਨੂੰ ਅੰਦਰ ਜਾਣ ਦੀ ਆਗਿਆ ਦੇਣੀ ਚਾਹੀਦੀ ਹੈ। ਠੇਕੇ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਪਹਿਚਾਣ ਪੱਤਰ ਨੂੰ ਕੰਟਰੈਕਚੁਅਲ ਲੇਬਰ ਆਈਡੀ ਕਾਰਡ ਕਿਹਾ ਜਾਂਦਾ ਹੈ। ਇਸ ਕੰਟਰੈਕਚੁਅਲ ਲੇਬਰ ਆਈਡੀ ਕਾਰਡ ਵਿੱਚ ਉਸ ਵਿਅਕਤੀ ਦੀ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ ਕਿ ਉਸ ਵਿਅਕਤੀ ਨੇ ਕਿੱਥੇ ਕੰਮ ਕਰਨਾ ਹੈ, ਕਦੋਂ ਕੰਮ ਕਰਨਾ ਹੈ ਅਤੇ ਕੀ ਕੰਮ ਕਰਨਾ ਹੈ, ਉਸ ਦਾ ਨਾਮ ਕੀ ਹੈ ਅਤੇ ਉਹ ਕੀ ਕੰਮ ਕਰਨ ਆਇਆ ਹੈ। ਇੱਕ ਸੁਰੱਖਿਆ ਕਰਮੀ ਨੂੰ ਕੰਟਰੈਕਚੁਅਲ ਲੇਬਰ ਨੂੰ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਹੀ ਅੰਦਰ ਜਾਣ ਦੇਣ ਦੀ ਅਨੁਮਤੀ ਦੇਣੀ ਚਾਹੀਦੀ ਹੈ। ਕਿਸੇ ਸੰਸਥਾ ਜਾਂ ਬਿਜ਼ਨਸ ਵਿੱਚ ਅਲੱਗ-ਅਲੱਗ ਵਿਭਾਗਾਂ ਵਿੱਚ ਜੋ ਵੀ ਸਮਾਨ ਬਾਹਰੋਂ ਆਉਂਦਾ ਹੈ, ਉਹ ਜਿਸ ਵੀ ਵਿਅਕਤੀ ਰਾਹੀਂ ਆਉਂਦਾ ਹੈ ਉਸ ਨੂੰ ਕੰਟਰੈਕਟਰ ਕਿਹਾ ਜਾਂਦਾ ਹੈ। ਇਸ ਵਿਅਕਤੀ ਲਈ ਵੀ ਇੱਕ ਆਈਡੀ ਕਾਰਡ ਇਸ਼ੂ ਕੀਤਾ ਜਾਂਦਾ ਹੈ ਜਿਸ ਨੂੰ ਕੰਟਰੈਕਟਰ ਆਈਡੀ ਕਾਰਡ ਕਿਹਾ ਜਾਂਦਾ ਹੈ। ਇਸ ਕੰਟਰੈਕਟਰ ਆਈਡੀ ਕਾਰਡ ਵਿੱਚ ਉਸ ਕੰਟਰੈਕਟਰ ਦੀ ਨਾਮ, ਪਤਾ ਅਤੇ ਪੂਰੀ ਡਿਟੇਲ ਲਿਖੀ ਹੁੰਦੀ ਹੈ ਕਿ ਉਹ ਕਿਸ ਚੀਜ਼ ਦਾ ਕੰਟਰੈਕਟਰ ਹੈ ਅਤੇ ਉਸ ਨੇ ਕਿਹੜੀ ਚੀਜ਼ ਸੰਸਥਾ ਨੂੰ ਸਪਲਾਈ ਕਰਨੀ ਹੈ ਅਤੇ ਉਸ ਦੀ ਕਾਰਡ ਦੀ ਵੈਲਿਡਿਟੀ ਕੀ ਹੈ। ਸੁਰੱਖਿਆ ਕਰਮੀ ਨੂੰ ਆਉਣ ਜਾਣ ਵਾਲੇ ਕੰਟਰੈਕਟਰਾਂ ਦਾ ਵੀ ਪਹਿਚਾਣ ਪੱਤਰ ਚੰਗੀ ਤਰ੍ਹਾਂ ਛਾਣਬੀਣ ਕਰਕੇ ਹੀ ਕੰਟਰੈਕਟਰਾਂ ਨੂੰ ਅੰਦਰ ਜਾਣ ਦੀ ਅਨੁਮਤੀ ਦੇਣੀ ਚਾਹੀਦੀ ਹੈ। ਕਿਸੇ ਵੀ ਖੇਤਰ ਦੀ ਸੁਰੱਖਿਆ ਲਈ ਇੱਕ ਪ੍ਰਭਾਵਸ਼ਾਲੀ ਡਾਕੂਮੈਂਟੇਸ਼ਨ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ, ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਇੱਕ ਸੁਰੱਖਿਆ ਕਰਮਚਾਰੀ ਇਹਨਾਂ ਸਾਰੇ ਹੀ ਡਾਕੂਮੈਂਟਾਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਮੇਨਟੇਨ ਕਰੇ, ਹਰ ਇੱਕ ਐਂਟਰੀ ਬੜੀ ਅੱਛੀ ਤਰ੍ਹਾਂ ਦਰਜ ਕਰੇ ਅਤੇ ਬੜੇ ਸੁਚੱਜੇ ਢੰਗ ਨਾਲ ਉਸ ਵਿੱਚ ਦਰਜ ਕੀਤਾ ਜਾਵੇ ਤਾਂ ਜੋ ਜਦੋਂ ਵੀ ਜ਼ਰੂਰਤ ਹੋਵੇ ਇਹਨਾਂ ਦਸਤਾਵੇਜ਼ਾਂ ਦੀ ਮਦਦ ਨਾਲ ਸੂਚਨਾ ਪ੍ਰਾਪਤ ਹੋ ਸਕੇ। ਦਸਤਾਵੇਜ਼ ਹਮੇਸ਼ਾ ਸਾਫ਼ ਅਤੇ ਸੁੰਦਰ ਤਰੀਕੇ ਨਾਲ ਹੀ ਲਿਖਣੇ ਚਾਹੀਦੇ ਹਨ। ਦਸਤਾਵੇਜ਼ਾਂ ਵਿੱਚ ਕੋਈ ਵੀ ਕਟਿੰਗ ਨਹੀਂ ਹੋਣੀ ਚਾਹੀਦੀ ਹੈ। ਦਸਤਾਵੇਜ਼ਾਂ ਨੂੰ ਇਸ ਤਰ੍ਹਾਂ ਲਿਖੋ ਕਿ ਕੋਈ ਵੀ ਦੂਸਰਾ ਵਿਅਕਤੀ ਇਸ ਨੂੰ ਬੜੀ ਆਸਾਨੀ ਨਾਲ ਪੜ੍ਹ ਸਕੇ। ਦਸਤਾਵੇਜ਼ ਲਿਖਣ ਵਿੱਚ ਕਿਸੇ ਵੀ ਵਿਅਕਤੀ ਜਾਂ ਕਰਮਚਾਰੀ ਨਾਲ ਕੋਈ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ। ਦਸਤਾਵੇਜ਼ ਨੂੰ ਹਮੇਸ਼ਾ ਸਮੇਂ ਸਿਰ ਹੀ ਲਿਖਣਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਕਿ ਜਦੋਂ ਇੱਕ ਸੁਰੱਖਿਆ ਕਰਮੀ ਪੂਰੀ ਜ਼ਿੰਮੇਵਾਰੀ ਅਤੇ ਸੁਚੱਜੇ ਢੰਗ ਨਾਲ ਪੂਰਾ ਕਰੇ। ਡਾਕੂਮੈਂਟ ਦਾ ਤਰੀਕਾ ਭਾਵੇਂ ਮੈਨੂਅਲ ਜਾਂ ਕੰਪਿਊਟਰਾਈਜ਼ਡ ਹੋਵੇ, ਡਾਕੂਮੈਂਟ ਵਿੱਚ ਕੋਈ ਵੀ ਐਂਟਰੀ ਬੜੇ ਹੀ ਧਿਆਨਪੂਰਵਕ ਕਰਨੀ ਚਾਹੀਦੀ ਹੈ। ਕਦੀ ਵੀ ਅੱਜ ਦੀ ਐਂਟਰੀ ਕੱਲ੍ਹ 'ਤੇ ਨਹੀਂ ਛੱਡਣੀ ਚਾਹੀਦੀ। ਡਾਕੂਮੈਂਟ ਵਿੱਚ ਐਂਟਰੀ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਡਾਕੂਮੈਂਟ ਵਿੱਚ ਜੋ ਵੀ ਲਿਖਿਆ ਹੈ ਉਸ ਨੂੰ ਬੜਾ ਸੁੰਦਰ ਅਤੇ ਸਾਫ਼ ਤੌਰ 'ਤੇ ਲਿਖਿਆ ਜਾਵੇ। ਮੈਨੂੰ ਆਸ ਹੈ ਕਿ ਅੱਜ ਦਾ ਟੌਪਿਕ ਡਾਕੂਮੈਂਟੇਸ਼ਨ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਥੈਂਕ ਯੂ।